ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਾਰੀਖ 9 ਅਪ੍ਰੈਲ 2022 ਅਖੀਰ ਉਹ ਦਿਨ ਆ ਹੀ ਗਿਆ ਜਿਹਦੀ ਸਾਨੂੰ ਕਈ ਸਾਲਾਂ ਤੋਂ ਉਡੀਕ ਸੀ। ਸਾਡੇ ਮਨ ਦੇ ਵਿੱਚ ਬੜੀ ਤਾਂਘ ਸੀ ਕਿ ਅਸੀਂ ਪਾਕਿਸਤਾਨ ਜਾਈਏ ਅਤੇ ਉੱਥੇ ਗੁਰੂ ਧਾਮਾਂ ਦੇ ਦਰਸ਼ਨ ਕਰੀਏ ਜਿਹੜੇ ਕਿ ਵਿਛੜ ਗਏ ਸੀ ਸਾਡੇ ਕੋਲੋਂ। ਅਤੇ ਅੱਜ ਉਸ ਭਾਗ ਘੜੀ ਆ ਗਈ ਹੈ ਅਤੇ ਅਸੀਂ ਅੱਜ ਵੱਧ ਰਹੇ ਹਾਂ ਵਾਹਗਾ ਬਾਰਡਰ ਵੱਲ। ਇੱਥੋਂ ਅਸੀਂ ਪੈਦਲ ਕਰੋਸਿੰਗ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ ਜੱਥੇ ਦੇ ਨਾਲ ਸ਼ਾਮਲ ਹੋਵਾਂਗੇ ਦੂਸਰੇ ਪਾਸੇ ਬਾਰਡਰ ਤੋਂ, ਅਤੇ ਜਿੱਥੋਂ ਸਾਨੂੰ ਲੈਣ ਵਾਸਤੇ ਬੱਸ ਆਈ ਹੋਈ ਹੈ। ਅਤੇ ਅਸੀਂ ਸਵੇਰੇ 10 ਵਜੇ ਪਹੁੰਚ ਗਏ ਸੀਗੇ ਬਾਰਡਰ 'ਤੇ, ਅਤੇ ਉਸ ਤੋਂ ਬਾਅਦ ਫੋਰਮੈਲਿਟੀਆਂ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਇਮੀਗ੍ਰੇਸ਼ਨ ਦੀਆਂ ਅਤੇ ਕਸਟਮ ਦੀਆਂ, ਅਤੇ ਥੋੜ੍ਹੀ ਬਹੁਤ ਦਿੱਕਤ ਆਈ ਸੀ, ਲੇਕਿਨ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਕੁਛ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਗਿਆ। ਅਤੇ ਅਸੀਂ ਹੁਣ ਸਾਡੇ ਨਾਲ ਜੱਥੇ ਦੇ ਵਿੱਚ ਹੋਰ ਵੀ 2 ਆਂਟੀ ਸੀ ਸਾਡੇ ਜਿਹੜੇ ਕਿ ਸਾਡੇ ਨਾਲ ਕੈਲਗਰੀ ਸ਼ਹਿਰ ਤੋਂ ਹੀ ਆਏ ਸੀਗੇ, ਅਤੇ ਉਹ ਵੀ ਸਾਨੂੰ ਉੱਥੇ ਮਿਲੇ ਤਾਂ ਅਸੀਂ ਇਕੱਠੇ ਹੀ ਫਿਰ ਬਾਰਡਰ ਕ੍ਰੋਸ ਕੀਤਾ ਅਤੇ ਫਾਈਨਲੀ ਫਿਰ ਅਸੀਂ ਦੂਜੇ ਪਾਸੇ ਪਹੁੰਚ ਗਏ ਪਾਕਿਸਤਾਨ ਵਾਲੇ ਪਾਸੇ। ਅਤੇ ਮੈਂ ਮਾफ़ੀ ਚਾਹੁੰਦਾ ਕਿ ਪਾਕਿਸਤਾਨ ਵਾਲੇ ਪਾਸੇ ਅਸੀਂ ਵੀਡੀਓ ਨਹੀਂ ਬਣਾ ਸਕੇ ਐਂਟਰ ਹੋਣ ਦੀ, ਕਿਉਂਕਿ ਥੋੜ੍ਹੀ ਜਿਹੀ ਸਿਕਿਉਰਿਟੀ ਟਾਈਟ ਸੀਗੀ ਅਤੇ ਉੱਥੇ ਮਨਾਹੀ ਵੀ ਸੀਗੀ। ਸੋ ਇਸ ਕਰਕੇ ਹੁਣ ਅਸੀਂ ਬੱਸ ਦੇ ਵਿੱਚ ਬੈਠ ਚੁੱਕੇ ਹਾਂ ਬਾਰਡਰ ਕ੍ਰੋਸ ਕਰਕੇ, ਅਤੇ ਅਸੀਂ ਲਾਹੌਰ ਸ਼ਹਿਰ ਵੱਲ ਵੱਧ ਰਹੇ ਹਾਂ। ਔਰ ਮਨ ਜਿਹੜਾ ਇਸ ਟਾਈਮ ਬਹੁਤ ਹੀ ਉਤਸ਼ਾਹਿਤ ਹੈ ਅਤੇ ਉਤਸੁਕਤਾ ਵੀ ਬਹੁਤ ਹੈ। ਅਤੇ ਆਹ ਫਾਟਕ ਜਿੱਦਾਂ ਹੀ ਅਸੀਂ ਕ੍ਰੋਸ ਕਰਨਾ ਹੈ ਤਾਂ ਅਸੀਂ ਓਫੀਸ਼ੀਅਲੀ ਲਾਹੌਰ ਸ਼ਹਿਰ ਦੇ ਵਿੱਚ ਅਸੀਂ ਐਂਟਰ ਕਰ ਗਏ ਹਾਂ ਆਲਮੋਸਟ। ਅਤੇ ਮੈਨੂੰ ਬਿਲਕੁਲ ਇਹ ਨਜ਼ਾਰਾ ਉਸੇ ਤਰ੍ਹਾਂ ਦਾ ਹੀ ਲੱਗ ਰਿਹਾ ਹੈਗਾ ਜਿਸ ਤਰ੍ਹਾਂ ਅਸੀਂ ਅੰਮ੍ਰਿਤਸਰ ਦੇ ਵਿੱਚ ਹਾਂ। ਅਤੇ ਬਸ ਇਹ ਸਿਰਫ ਇੱਕ ਲਕੀਰ ਆ ਜਿਹੜੀ ਕਿ ਜਿਹਦੇ ਕੋਈ ਮਾਇਨੇ ਤਾਂ ਹੈ ਨਹੀਂ ਗੇ, ਲੇਕਿਨ ਫਿਰ ਵੀ ਸਰਕਾਰਾਂ ਨੇ ਉਹ ਖਿੱਚ ਦਿੱਤੀ ਸੀ ਅਤੇ ਉਹ ਕ੍ਰੋਸ ਕਰਕੇ ਉਹ ਦੂਜੇ ਪਾਸੇ ਵੀ ਸਾਰਾ ਕੁਛ ਆਪਣਾ ਹੀ ਲੱਗ ਰਿਹਾ ਸੀ। ਅਤੇ ਜਿਹੜੇ ਸਾਨੂੰ ਭਾਈਜਾਨ ਲੈਣ ਆਏ ਸੀ ਉਹ ਵੀ ਬਹੁਤ ਵਧੀਆ ਬੰਦੇ ਸੀਗੇ, ਬੜਾ ਨਿੱਘਾ ਸਵਾਗਤ ਕੀਤਾ ਸਾਡਾ। ਅਤੇ ਅਸੀਂ ਬਹੁਤ ਜਲਦ ਹੀ ਹੁਣ ਜੱਥੇ ਦੇ ਨਾਲ ਸ਼ਾਮਲ ਹੋ ਜਾਣਾ ਆ, ਅਤੇ ਉੱਥੋਂ ਸ਼ਾਮਲ ਹੋ ਕੇ ਫਿਰ ਅਸੀਂ ਅੱਜ ਸਾਡਾ ਸਭ ਤੋਂ ਪਹਿਲਾ ਜਿਹੜਾ ਦਰਸ਼ਨਾਂ ਲਈ ਅਸੀਂ ਜਾਵਾਂਗੇ ਉਹ ਹੈਗੇ ਆ ਜੀ ਸਾਈਂ ਮੀਆਂ ਮੀਰ ਜੀ ਦੀ ਦਰਗਾਹ, ਜਿੱਥੇ ਜਾ ਕੇ ਅਸੀਂ ਦਰਸ਼ਨ ਕਰਾਂਗੇ। ਅਤੇ ਸਾਈਂ ਮੀਆਂ ਮੀਰ ਜੀ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਹਨਾਂ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ। ਆਪਣੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹਨਾਂ ਦੇ ਹੱਥੋਂ ਨੀਂਹ ਰਖਵਾਈ ਸੀਗੀ। ਅਤੇ ਚਲੋ ਆਪਾਂ ਅੱਗੇ ਵਧਦੇ ਹਾਂ ਅਤੇ ਤੁਹਾਡੇ ਨਾਲ ਇਹ ਬਲੌਗ ਸ਼ੇਅਰ ਕਰਦੇ ਹਾਂ, ਅਤੇ ਹੋਪਫੁਲੀ ਇਹ ਤੁਸੀਂ ਸਾਰੇ ਜਾਣੇ ਇੰਜੋਏ ਕਰੋਗੇ। ਅਸੀਂ ਤਾਂ ਬਹੁਤ ਇੰਜੋਏ ਕੀਤਾ ਜੀ, ਔਰ ਖੁੱਲ੍ਹੇ ਦਰਸ਼ਨ ਹੋਏ ਸਾਨੂੰ ਅਤੇ ਸਾਡਾ ਮਨ ਬਹੁਤ ਖੁਸ਼ ਹੋਇਆ ਜੀ, ਅਸੀਂ ਦੱਸ ਨਹੀਂ ਸਕਦੇ। ਅਤੇ ਆਓ ਹੁਣ ਆਪਾਂ ਦਰਸ਼ਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਹ ਸੇਲ ਕੈਮਰਾ ਕੱਢ ਆਪਣਾ ਓਏ। ਤੁਸੀਂ ਉਹਨੂੰ ਬਿਮਾਰ ਕਰਤਾ, ਇੰਡੀਆ 'ਚ ਸੁਨੇਹਾ ਭੇਜਦਾ ਵੀ ਕੈਮਰਾਮੈਨ ਬਿਮਾਰ ਹੈ। ਉਹ ਕਹਿੰਦਾ ਮੈਂ ਚੰਗਾ ਭਲਾ, ਮੈਂ ਕਿਹਾ ਉਹ ਸ਼ੁਗਲੀ ਬੰਦੇ ਰੱਬ ਦੇ ਬੰਦੇ ਨੇ, ਉਹਨਾਂ ਨੇ ਕਹਿਤਾ ਕਰਤਾਰਪੁਰ ਨਾ ਗੁਰੂ ਨਾਨਕ ਦੇਵ ਜੀ ਦਾ ਮਜ਼ਾਰ ਤੇ ਉੱਥੇ ਤੁਹਾਡੀ ਆਪਣੀ ਇੱਛਾ ਹੁੰਦੀ ਹੈ ਕਿ ਤੁਸੀਂ ਉੱਥੇ ਚਾਦਰ ਚੜਾਣੀ ਹੈ, ਚੜਾ ਸਕਦੇ, ਚਾਦਰਾਂ ਤੁਹਾਨੂੰ ਇੱਥੋਂ ਲਿਜਾਣੀਆਂ। ਠੀਕ ਹੈ, ਉਸਤਾਦ ਜੀ ਨੇ ਕਿਹਾ ਕਿ ਮੈਨੂੰ ਟਰੰਟੋ ਤੋਂ ਕਿਸੇ ਨੇ ਪੈਸੇ ਦਿੱਤੇ ਤੇ ਮਜ਼ਾਰ ਤੇ ਚੜਾਣੀ ਚਾਦਰ, ਉਹ ਅਸੀਂ ਅਜੇ ਨਹੀਂ ਜਾਣਾ, ਉਹਦੇ ਬਾਅਦ ਚ ਰਖਵਾਈਆਂ ਜਾ ਸਕਦੀਆਂ। ਹਾਂਜੀ ਚੰਦਰਾ ਤੇ ਬੁਲਾ ਕੇ ਸਭ ਨੂੰ ਤਾਂ ਹਾਂ ਕਿਨੇ ਕਿਨੇ ਲਾ ਸੇਲ ਕਿਹੜਾ ਲਿਆ ਹਥਿਆਰ ਰੱਖਣੇ ਪੈਂਦੇ ਨੇ। ਆਓ ਭਾਜੀ ਬਾਤ ਦੇ ਦੋ ਚੰਦਰਾ ਤੇ ਆ ਪੈਸੇ ਨਾ
ਕਿਸੇ ਵਾਸਤੇ ਜੇ ਤੁਹਾਡੇ ਕੋਲ ਕੋਈ ਨਹੀਂ ਹੈਗੀ ਤਾਂ ਅੰਦਰ ਆ ਜਾਓ। ਇਹਦੀ ਸੇਵਾ ਥੈਂਕ ਯੂ ਜੀ। ਸਰੀ ਤੋਂ ਇੱਕ ਆਈ ਸੀ ਫੈਮਿਲੀ। ਉਸ ਤੋਂ ਬਾਅਦ ਇੱਕ ਲੇਡੀ ਦਾ ਮੈਨੂੰ ਫੋਨ ਆਇਆ ਤੇ ਉਹ ਸਾਡਾ ਪ੍ਰੋਗਰਾਮ ਚੱਲ ਰਿਹਾ ਸੀ ਟੀਵੀ ਤੇ ਉਹਨੇ ਮੈਨੂੰ ਕਿਹਾ ਕਿ ਮੈਂ ਦੁਆ ਮੰਗੀ, ਰੋਈ ਜਾਵੇ। ਮੈਂ ਕਿਹਾ ਹੋਇਆ ਕੀ ਹੈ? ਦੁਆ ਮੰਗੀ ਹੈ ਤਾਂ ਟੀਵੀ ਵੱਲੋਂ ਦੇਖ ਕੇ ਜੋ ਚਾਦਰਾਂ ਚੜਾ ਰਹੀ ਸੀ ਸੰਗਤ, ਤੇ ਉਦੋਂ ਮੈਂ ਦੁਆ ਮੰਗੀ ਕਿ ਉਹਦੀ ਲੜਕੀ ਸੀ ਇੱਕ, ਕਿ ਉਹਨੂੰ ਡਾਕਟਰ ਨੇ ਕਿਹਾ ਸੀ ਕਿ ਇਹਦਾ ਸ਼ਾਦੀ ਵੀ ਹੋ ਜੇ ਤੇ ਇਹਦਾ ਹਰ ਸਾਲ 2 ਵਾਰੀ ਬਲੱਡ ਚੇਂਜ ਹੋਏਗਾ। ਉਹ ਕਹਿੰਦੇ ਮੈਂ ਦੁਆ ਮੰਗੀ। ਉਸ ਤੋਂ ਬਾਅਦ 6 ਮਹੀਨੇ ਬਾਅਦ ਚੈੱਕ ਕਰਾਇਆ, ਕੁਛ ਨਹੀਂ ਹੋਇਆ। ਸਾਲ ਬਾਅਦ ਚੈੱਕ ਕਰਾਇਆ ਤੇ ਡਾਕਟਰ ਨੇ ਮੈਨੂੰ ਪੁੱਛਿਆ, ਗੋਰਾ ਸੀ, ਕਿ ਤੁਸੀਂ ਕਿਹੜੀ ਇਹਨੂੰ ਦਵਾ ਦਿੱਤੀ ਹੈ? ਉਹਨੇ ਕਿਹਾ ਦਵਾਈ ਨਹੀਂ ਦਿੱਤੀ, ਦੁਆ ਦਿੱਤੀ ਸੀ, ਉਹ ਪੂਰੀ ਹੋ ਗਈ, ਦੁਆ ਕੀਤੀ ਸੀ। ਉਹਨੇ ਕਿਹਾ ਕਿ ਇਸ ਤਰ੍ਹਾਂ ਚਾਦਰਾਂ ਚੜਾਉਣੀਆਂ ਨੇ ਮੇਰੇ ਵਾਸਤੇ। ਉਹ ਦਿਨ ਸਾਡੀ ਸੰਗਤ ਦੇ ਵਿੱਚ ਹੀ ਇਹੋ ਜਿਹੀ ਕਰਾਮਾਤਾਂ ਹੁੰਦੀ, ਕਹਿ ਸਕਦੇ ਸੀ। ਸਾਈਂ ਜੀ ਦੀ ਮਿਹਰ ਹੋਈ। ਤੁਸੀਂ ਇਹਨਾਂ ਤੋਂ ਜੋ ਮਰਜ਼ੀ ਮੰਗੋ, ਉਸੇ ਵੇਲੇ ਇਸ ਨਾਲ ਲੈ ਕੇ ਜਾਣਗੇ ਕਿ ਤੁਹਾਡੀ ਦੁਆਵਾਂ ਪੂਰੀਆਂ। ਕਹਿੰਦੇ ਨੇ ਕਿ ਜਿਹੜੀ ਸੰਗਤ ਦੀ ਦੁਆ ਨਾ ਉਹ ਤੱਕ ਸੁਣੀ ਜਾਂਦੀ ਹੈ। ਇਕੱਲੇ ਬੰਦੇ ਦੀ ਦੁਆ ਤਾਂ ਤੁਸੀਂ ਇੱਕ ਵਾਰੀ ਕਰਨੀ ਹੈ ਕਿ ਤੁਹਾਡੇ ਨਾਲ ਸੰਗਤ ਆਈ ਹੈ ਤੇ ਸੰਗਤ ਦੀ ਦੁਆ ਦੇ ਦਰਗਾਹ ਦੇ ਵਿੱਚ ਸੁਣੀ। ਤੇ ਆਪਾਂ ਹੁਣ ਚਾਦਰਾਂ ਚੜਾਵਾਂਗੇ। ਉਹਨਾਂ ਦਾ ਤਰੀਕਾ ਦੱਸ ਦਿੰਦਾ। ਜਿਹੜੇ ਚਾਦਰ ਚੜ੍ਹ ਕੇ ਪਿੱਛੋਂ ਲੇਡੀਜ਼ ਪਕੜਨਗੀਆਂ, ਨਾਲ ਉਹਨਾਂ ਤੁਹਾਨੂੰ ਦੱਸ ਦਿੰਦਾ। ਉਸ ਤੋਂ ਬਾਅਦ ਫਿਰ ਮਰਦ, ਜਿਹੜੇ ਮਰਦ ਹੋਣਗੇ ਉਹ ਅੱਗੇ ਜਾਣਗੇ ਜਿੱਥੇ ਮਜ਼ਾਰ ਬਣਿਆ ਹੋਇਆ, ਉੱਥੇ ਚਾਦਰਾਂ ਚੜਾਉਣਗੇ। ਲੇਡੀਜ਼ ਜਿਹੜੀਆਂ ਹੈਗੀਆਂ ਉਹ ਨਹੀਂ ਹੈ, ਤੁਸੀਂ ਸਾਨੂੰ ਹਰ ਤਰ੍ਹਾਂ ਦੋ ਲੇਡੀਜ਼ ਨੂੰ ਚਾਰ ਦੋ ਚਾਦਰਾਂ। ਹਾਂਜੀ ਥੋੜਾ ਜਾਓ। ਇਹਨੇ ਚਾਦਰ ਦੇ ਨਾਲ ਮਾਂ ਜੀ ਦੀ ਚਾਦਰ ਨਾਲ ਲਾਓ।
ਇਹਦੇ ਨਾਲ ਜੁੜੋ ਇੱਥੇ ਸਾਹ ਹੈ ਨਹੀਂ ਆਉਣਾ ਤੇਰੇ ਸਾਹ ਹੈਗੀ ਹੈ ਮੈਂ ਤੇਰੇ ਚਾਦਰਾਂ ਦੀ ਸੇਵਾ ਕਰੋ ਇੱਥੇ ਆ ਕੇ ਆਹੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੀਆਂ ਸੰਗਤਾਂ ਨੇ ਬਹੁਤ ਹੀ ਵਧੀਆ ਦਰਸ਼ਨ ਕੀਤੇ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਤੇ ਬਹੁਤ ਹੀ ਆਨੰਦ ਆਇਆ ਤੇ ਬਹੁਤ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਘਰ ਦੀਆਂ। ਅਸੀਂ ਚਾਹੁੰਦੇ ਹਾਂ ਕਿ ਪ੍ਰਮਾਤਮਾ ਇਸੇ ਤਰ੍ਹਾਂ ਹੀ ਸਭ ਨੂੰ ਖੁਸ਼ੀਆਂ ਦਿੰਦਾ ਰਹੇ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਤੇ ਹੁਣ ਸਾਡੀ ਜਿਹੜੀ ਅਗਲੀ ਮੰਜ਼ਿਲ ਹੈ ਉਹ ਹੈਗਾ ਜੀ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ, ਜੋ ਕਿ ਚੂਨਾ ਮੰਡੀ ਲਾਹੌਰ ਦੇ ਵਿਖੇ ਹੈ। ਉਹ ਇੱਥੋਂ ਕੋਈ ਜ਼ਿਆਦਾ ਦੂਰ ਤਾਂ ਨਹੀਂ ਹੈਗਾ, ਲੇਕਿਨ ਫਿਰ ਵੀ ਸਾਨੂੰ ਬੱਸ ਦੇ ਵਿੱਚ ਜਾਣਾ ਪਏਗਾ। ਤੇ ਅਸੀਂ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਹੁਣ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਵੱਲ ਵਧਦੇ ਹਾਂ ਜੀ, ਤੇ ਨਾਲੇ ਦਰਸ਼ਨ ਕਰਦੇ ਹਾਂ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਹਾਂ ਜੀ। ਤੇ ਚਲੋ ਚਲੀਏ ਤੇ ਆਪਾਂ ਅਗਲੀ ਗੱਲਬਾਤ ਉੱਥੇ ਜਾ ਕੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।